ਅੱਗੇ ਪੜ੍ਹਦੇ ਹਾਂ ਜੀ। ਅਸ਼ੋਕ ਦੇ ਸਾਮਰਾਜ ਦੀ ਹੱਦ ਕਿੰਨਾ ਏਰੀਆ ਇਹਦੇ ਅੰਦਰ ਆਉਂਦਾ ਸੀ। ਆਹ ਮੈਪ ਅਸੀਂ ਪਹਿਲਾਂ ਵੀ ਦੇਖਿਆ। ਆਹ ਦੇਖ ਲਓ ਜੀ, ਆਹ ਪਾਕਿਸਤਾਨ ਸਾਈਡ ਦਾ ਸਾਰਾ ਏਰੀਆ, ਉੱਤਰ ਪੱਛਮ, ਇੱਧਰ ਅਸਮ ਤੱਕ, ਨੇਪਾਲ ਦਾ ਕਾਫੀ ਹਿੱਸਾ। ਤੇ ਆਹ ਯਾਦ ਰੱਖਣਾ ਕਿ ਸਾਊਥ ਵਿੱਚ ਚੋਲਾ, ਪਾਂਡਿਆ, ਕੇਰਲਾ ਪੁੱਤਰ ਤੇ ਸੱਤਿਆ ਪੁੱਤਰ ਇਹ ਨਹੀਂ ਸੀ ਆਉਂਦੇ। ਇਹ ਕਲੀਅਰ ਕੱਟ ਮੈਂਸ਼ਨ ਸੀ ਵੱਖ-ਵੱਖ ਲਿਖਤਾਂ ਵਿੱਚ ਕਿ ਇਹ ਰਾਜ ਇਹਦੀ ਹੱਦਾਂ ਸਨ। ਮੀਨ ਇਹਨਾਂ ਉੱਤੇ ਅਸ਼ੋਕ ਦਾ ਕੰਟਰੋਲ ਨਹੀਂ ਸੀ। 250 BC ਦੀ ਗੱਲ ਹੈ ਜੀ, ਲਗਭਗ। ਪੜ੍ਹ ਲੈਂਦੇ ਹਾਂ। ਅਸ਼ੋਕ ਦੇ ਸ਼ਿਲਾਲੇਖਾਂ ਵਿੱਚ ਦੱਖਣ ਦੇ ਰਾਜਾਂ ਕਿਹੜੇ ਚੋਲ, ਪਾਂਡਿਆ, ਸੱਤਿਆ ਪੁੱਤਰ ਅਤੇ ਕੇਰਲ ਪੁੱਤਰ ਕਿਹੜੇ ਸੀ? ਚੇਰਾ ਵੀ ਕਹਿੰਦੇ ਇਹਨਾਂ ਨੂੰ। ਇਹਨਾਂ ਦਾ ਜ਼ਿਕਰ ਸਰਹੱਦੀ ਰਾਜਾਂ ਵਜੋਂ ਕੀਤਾ ਗਿਆ ਹੈ ਵੀ ਇਹ ਕੀ ਸੀ? ਬਾਉਂਡਰੀ ਸਟੇਟ ਸੀ। ਇਸ ਦਾ ਮਤਲਬ ਅਸ਼ੋਕਾ ਦੇ ਅੰਪਾਇਰ ਵਿੱਚ ਇਹ ਸਟੇਟ ਨਹੀਂ ਆਉਂਦੇ ਸੀ। ਅਸ਼ੋਕਾ ਦੇ ਸ਼ਿਲਾਲੇਖ, ਰੌਕ ਅਡਿਕਟਸ ਵਗੈਰਾ ਇਹਨਾਂ ਸਭ ਵਿੱਚ। ਇਸ ਲਈ ਇਹ ਰਾਜ ਮੌਰਿਆ ਸਾਮਰਾਜ ਤੋਂ ਬਾਹਰ ਸਨ। ਰਾਜ ਤੰਗਣੀ ਕਸ਼ਮੀਰ ਦੇ ਇਹ ਲੇਖਕ ਹੋਏ ਆ ਬਹੁਤ ਫੇਮਸ, ਕਲਹਣ। ਉਹਨਾਂ ਦਾ ਵਰਕ ਆ ਜੀ, ਉਹਨਾਂ ਨੇ ਲਿਖਿਆ ਸੀ ਰਾਜ ਤਰੰਗਣੀ। ਰਾਜ ਤਰੰਗਣੀ ਬੇਸਿਕਲੀ ਕਸ਼ਮੀਰ ਦਾ ਇਤਿਹਾਸ ਆ, ਕ੍ਰਮਵਾਰ ਇਤਿਹਾਸ ਆ। ਇਹ ਸਾਹਿਤ ਵਿੱਚ ਲਿਖਿਆ ਗਿਆ ਆ। ਤੇ ਰਾਜ ਤਰੰਗਣੀ ਦੇ ਲੇਖਕ ਕੌਣ ਹੋਏ? ਕਲਹਣ। ਕੇ ਤੋਂ ਕਲਹਣ ਤੇ ਕੇ ਤੋਂ ਕਸ਼ਮੀਰ। ਇਸਨੇ ਕਸ਼ਮੀਰ ਦੀ ਹਿਸਟਰੀ ਲਿਖੀ ਸੀ। ਇਸ ਦੇ ਅਨੁਸਾਰ ਵੀ ਕਸ਼ਮੀਰ ਮੌਰਿਆ ਸਾਮਰਾਜ ਦਾ ਹਿੱਸਾ ਸੀ। ਠੀਕ, ਕਸ਼ਮੀਰ ਵੀ ਆਉਂਦਾ ਸੀ ਮੌਰਿਆ ਸਾਮਰਾਜ ਵਿੱਚ। ਨੇਪਾਲ ਵੀ ਮੌਰਿਆ ਸਾਮਰਾਜ ਦੇ ਅੰਦਰ ਸੀ। ਨੇਪਾਲ ਵੀ ਆਉਂਦਾ ਸੀ। ਉੱਤਰ ਪੱਛਮੀ ਸਰਹੱਦ ਚੰਦਰਗੁਪਤ ਮੌਰਿਆ ਦੁਆਰਾ ਪਹਿਲਾਂ ਹੀ ਸੀਮਾਬੱਧ ਕੀਤੀ ਗਈ ਸੀ। ਚੰਦਰਗੁਪਤ ਮੌਰਿਆ ਨੇ ਪਹਿਲਾਂ ਹੀ ਨਾਰਥ ਵੈਸਟ ਤੇ ਕਬਜ਼ਾ ਕਰਕੇ ਨਾਰਥ ਵੈਸਟ ਵਾਲੀ ਜਿਹੜੀ ਬਾਉਂਡਰੀ ਆ ਉਹ ਤੈਅ ਕਰ ਦਿੱਤੀ ਸੀ। ਅੱਗੇ ਪੜ੍ਹਦੇ ਹਾਂ ਜੀ। ਅਸ਼ੋਕ ਦਾ ਧੰਮ ਪਾਲੀ ਸ਼ਬਦ ਆ, ਇਹਦਾ ਮਤਲਬ ਹੁੰਦਾ ਜੀ ਧਰਮ। ਅਸ਼ੋਕ ਦਾ ਧਰਮ ਦੇਖੋ, ਅਸੀਂ ਪੜ੍ਹਿਆ ਵੀ ਕਿਸ ਤਰ੍ਹਾਂ ਅਸ਼ੋਕ ਕਲਿੰਗਾ ਦੇ ਯੁੱਧ ਤੋਂ ਬਾਅਦ ਕਾਫੀ ਬਦਲ ਗਿਆ ਸੀ ਤੇ ਬੁੱਧਾ ਦੀ ਟੀਚਿੰਗ ਵੱਲ ਅਟਰੈਕਟ ਹੋਇਆ ਤੇ ਉਸਨੇ ਬੁੱਧ ਧਰਮ ਦੇ ਪ੍ਰਸਾਰ ਲਈ ਕਾਫੀ ਕੰਮ ਕੀਤਾ। ਪਰ ਜਿਹੜਾ ਅਸ਼ੋਕਾ ਦਾ ਧੰਮ ਆ ਨਾ, ਉਹ ਬੁੱਧ ਧਰਮ ਤੋਂ ਥੋੜ੍ਹਾ ਵੱਖਰਾ ਆ। ਬੁੱਧ ਇੱਕ ਧਰਮ ਆ, ਅਸ਼ੋਕਾ ਦਾ ਨਿੱਜੀ ਹੈ, ਸੋਚ ਵਿਚਾਰ ਨਿੱਜੀ ਪਹਿਲੂ ਤੱਕ ਸੀਮਤ ਹੈ। ਪਰ ਜਿਹੜਾ ਅਸ਼ੋਕਾ ਦਾ ਧੰਮ ਆ ਉਹ ਨਾ ਇੱਕ ਕੋਡ ਆਫ ਕੰਡਕਟ ਆ। ਕੋਡ ਆਫ ਕੰਡਕਟ ਸਾਰਿਆਂ ਲਈ, ਸਿਰਫ ਬੋਧੀਆਂ ਲਈ ਨਹੀਂ, ਨੌਨ ਬੁੱਧਿਸਟ ਲਈ ਵੀ ਕੋਡ ਆਫ ਕੰਡਕਟ ਵੀ ਕਿਸ ਤਰ੍ਹਾਂ ਰਹਿਣਾ ਆ ਸਮਾਜ ਵਿੱਚ। ਪੜ੍ਹਦੇ ਹਾਂ ਜੀ। ਹਾਲਾਂਕਿ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ ਅਤੇ ਬੁੱਧ ਧਰਮ ਨੂੰ ਫੈਲਾਉਣ ਦੇ ਯਤਨ ਕੀਤੇ, ਪਰ ਉਸ ਦੀ ਧੰਮ ਦੀ ਨੀਤੀ ਇੱਕ ਵਿਆਪਕ ਸੰਕਲਪ ਸੀ। ਵਿਆਪਕ ਮਤਲਬ ਵੱਡੇ ਲੈਵਲ ਤੇ। ਉਹ ਸਿਰਫ ਬੁੱਧ ਧਰਮ ਤੇ ਕੇਂਦਰਿਤ ਨਹੀਂ ਸੀ, ਸਾਰਿਆਂ ਲਈ ਸੀ ਉਹ ਰੂਲ। ਅਸ਼ੋਕਾ ਦਾ ਧੰਮ ਸਾਰਿਆਂ ਲਈ ਸੀ। ਇਹ ਜੀਵਨ ਦਾ ਇੱਕ ਤਰੀਕਾ, ਇੱਕ ਆਚਾਰ ਸੰਹਿਤਾ ਅਤੇ ਸਿਧਾਂਤਾਂ ਦਾ ਸਮੂਹ ਸੀ। ਜ਼ਿੰਦਗੀ ਕਿਸ ਤਰ੍ਹਾਂ ਜਿਉਣੀ ਆ, ਤੁਹਾਡਾ ਆਚਾਰ ਵਿਹਾਰ ਕਿਸ ਤਰ੍ਹਾਂ ਹੋਣਾ ਚਾਹੀਦਾ, ਉਹਦੇ ਲਈ ਨਿਯਮ ਤੇ ਪ੍ਰਿੰਸੀਪਲਸ ਵਗੈਰਾ, ਇਹਨਾਂ ਸਾਰਿਆਂ ਦਾ ਸਮੂਹ ਸੀ ਅਸ਼ੋਕਾ ਦਾ ਧੰਮ। ਧੰਮ ਦੇ ਉਸਦੇ ਸਿਧਾਂਤ ਨੂੰ ਉਸ ਦੀਆਂ ਕਥਾਵਾਂ ਫਰਮਾਨਾਂ ਵਿੱਚ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ ਵੀ ਉਹਦੇ ਕੀ ਪ੍ਰਿੰਸੀਪਲ ਆ। ਜਿੱਥੇ ਅਸ਼ੋਕ ਦੇ ਰੌਕ ਅਡਿਕਟ ਆ ਨਾ, ਉਸਦੇ ਪੱਥਰਾਂ ਤੇ ਪਿੱਲਰਾਂ ਤੇ ਜੋ ਫਰਮਾਨ ਲਿਖੇ ਆ ਅਸ਼ੋਕ ਨੇ, ਉਸ ਤੋਂ ਸਾਨੂੰ ਕਲੀਅਰ ਪਤਾ ਲੱਗ ਜਾਂਦਾ ਕਿ ਅਸ਼ੋਕ ਦੇ ਕੀ ਸਿਧਾਂਤ ਸੀ, ਅਸ਼ੋਕ ਦੇ ਧੰਮ ਦੇ ਕੀ ਸਿਧਾਂਤ ਸੀ। ਅਸ਼ੋਕ ਦੇ ਧੰਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਨਿਮਨਲਿਖਤ ਰੂਪ ਵਿੱਚ ਨਿਚੋੜ ਕੀਤਾ ਜਾ ਸਕਦਾ ਹੈ। ਦੇਖੋ, ਉਹਨਾਂ ਦੀਆਂ ਸਿੱਖਿਆਵਾਂ ਸਿਧਾਂਤ ਕਾਫੀ ਲੰਬੇ ਆ, ਪਰ ਅਸੀਂ ਨਾ ਬੇਸਿਕ ਜੇ ਕੁਛ ਪੜ੍ਹ ਲੈਂਦੇ ਹਾਂ ਨਿਚੋੜ ਕੱਢ ਕੇ। ਉਹ ਕੀ ਹੈ ਜੀ? ਦੇਖੋ, ਮਾਤਾ ਅਤੇ ਪਿਤਾ ਦੀ ਸੇਵਾ ਕਰਨੀ, ਅਹਿੰਸਾ ਦਾ ਪਾਲਣ ਕਰਨਾ, ਵਾਇਲੈਂਸ ਨਹੀਂ ਕਰਨੀ, ਅਹਿੰਸਾ ਦਾ ਪਾਲਣ ਕਰਨਾ, ਸੱਚ ਨਾਲ ਪਿਆਰ, ਸੱਚ ਲਈ ਖੜੇ ਹੋਣਾ, ਅਧਿਆਪਕਾਂ ਦਾ ਸਤਿਕਾਰ ਅਤੇ ਰਿਸ਼ਤੇਦਾਰਾਂ ਸਗੇ ਸੰਬੰਧੀਆਂ ਨਾਲ ਚੰਗਾ ਸਲੂਕ। ਠੀਕ। ਪਸ਼ੂ ਬਲੀਆਂ ਅਤੇ ਤਿਉਹਾਰਾਂ ਦੇ ਇਕੱਠਾਂ ਦੀ ਮਨਾਹੀ। ਅਸੀਂ ਦੇਖਿਆ ਨਾ ਪਹਿਲਾਂ ਬਲੀਆਂ ਵਗੈਰਾ ਬਹੁਤ ਸੀ ਤੇ ਇਹਨਾਂ ਨੇ ਮਨਾ ਕੀਤਾ, ਪਸ਼ੂ ਬਲੀ ਨਹੀਂ ਦੇਣੀ। ਵੱਡੇ ਫੰਕਸ਼ਨ ਦੇ ਵਿੱਚ ਕਿੱਡੇ ਵੱਡੇ ਇਕੱਠ ਹੁੰਦੇ ਸੀ ਤੇ ਉਸ ਵਿੱਚ ਏਦਾਂ ਜੱਗ ਵਗੈਰਾ ਕਰਕੇ ਤੇ ਪਸ਼ੂ ਬਲੀ ਦਿੱਤੀ ਜਾਂਦੀ ਸੀ।
ਇਹ ਸਭ ਦੇ ਮਨਾਹੀ ਅਤੇ ਮਹਿੰਗੇ ਅਤੇ ਅਰਥਹੀਣ ਰਸਮਾਂ ਅਤੇ ਰੀਤਾਂ ਤੋਂ ਬਚਣਾ। ਮਹਿੰਗੇ ਰੀਤੀ ਰਸਮ, ਜਿਸ ਤਰ੍ਹਾਂ ਅਸੀਂ ਪੜ੍ਹਿਆ ਪਹਿਲਾਂ ਕਿ ਕਿਸ ਤਰ੍ਹਾਂ ਜੱਗ ਹੁੰਦੇ ਸੀ ਤਾਂ ਉਸ ਦੌਰਾਨ ਆਪਣੇ ਪੁਜਾਰੀ ਵਰਗ ਨੂੰ ਕਾਫੀ ਗਿਫਟ ਦਿੱਤੇ ਜਾਂਦੇ ਸੀ। ਇਸ ਤਰ੍ਹਾਂ ਦੀਆਂ ਰਸਮਾਂ ਤੋਂ ਬਚਣਾ। ਲੋਕਾਂ ਨਾਲ ਨਿਰੰਤਰ ਸੰਪਰਕ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰਨਾ। ਕਿਹਨਾਂ ਦੁਆਰਾ? ਪ੍ਰਸ਼ਾਸਨ ਦੁਆਰਾ। ਧੰਮ ਯਾਤਰਾ ਦੀ ਪ੍ਰਣਾਲੀ ਦੁਆਰਾ। ਧੰਮ ਯਾਤਰਾ ਵੀ ਧੰਮ ਦਾ ਪ੍ਰਸਾਰ ਕਰਨ ਲਈ ਜਿਹੜੇ ਆਫਿਸਰਸ ਆ ਉਹਨਾਂ ਦੀ ਪ੍ਰਣਾਲੀ ਦੁਆਰਾ ਪ੍ਰਸ਼ਾਸਨ ਦਾ ਕੁਸ਼ਲ ਸੰਗਠਨ ਕਰਨਾ। ਪ੍ਰਸ਼ਾਸਨ ਵੀ ਚੰਗੀ ਤਰ੍ਹਾਂ ਚਲਾਉਣਾ ਤੇ ਜਨਤਾ ਨਾਲ ਸੰਪਰਕ ਕਾਇਮ ਰੱਖਣੇ, ਉਹਨਾਂ ਦੀ ਭਲਾਈ ਲਈ ਕੰਮ ਕਰਨੇ। ਠੀਕ ਹੈ ਜੀ। ਕੈਦੀਆਂ ਦਾ ਸਰਕਾਰੀ ਅਧਿਕਾਰੀਆਂ ਦੁਆਰਾ ਅਤੇ ਨੌਕਰਾਂ ਦਾ ਮਾਲਕਾਂ ਦੁਆਰਾ ਮਨੁੱਖੀ ਸਲੂਕ ਕਰਨਾ, ਹਿਊਮਨ ਬਿਹੇਵੀਅਰ ਕਰਨਾ। ਮਨੁੱਖੀ ਸਲੂਕ ਕਰਨਾ ਕਿਹਨਾਂ ਦਾ? ਜੇ ਕੈਦੀ ਆ ਤਾਂ ਅਧਿਕਾਰੀਆਂ ਦੁਆਰਾ ਕੈਦੀਆਂ ਨਾਲ ਮਨੁੱਖੀ ਸਲੂਕ ਅਤੇ ਨੌਕਰਾਂ ਨਾਲ ਮਾਲਕਾਂ ਦੁਆਰਾ ਮਨੁੱਖੀ ਸਲੂਕ ਕਰਨਾ। ਜਾਨਵਰਾਂ ਪ੍ਰਤੀ ਅਹਿੰਸਾ ਅਤੇ ਪਿਆਰ, ਵਿਚਾਰ ਅਤੇ ਬ੍ਰਾਹਮਣਾਂ ਪ੍ਰਤੀ ਸ਼ਿਸ਼ਟਾਚਾਰ ਅਤੇ ਉਦਾਰਤਾ। ਇੱਥੇ ਲਿਖੋ, ਜਾਨਵਰਾਂ ਪ੍ਰਤੀ ਅਹਿੰਸਾ ਤੇ ਪਿਆਰ ਅਤੇ ਬ੍ਰਾਹਮਣਾਂ ਪ੍ਰਤੀ ਸ਼ਿਸ਼ਟਾਚਾਰ ਅਤੇ ਉਦਾਰਤਾ ਵਾਲਾ ਬਿਹੇਵੀਅਰ। ਸਾਰੇ ਧਾਰਮਿਕ ਸੰਪਰਦਾਵਾਂ ਦਾ ਆਪਸ ਵਿੱਚ ਸਹਿਣਸ਼ੀਲਤਾ ਹੋਣਾ, ਇੱਕ ਦੂਸਰੇ ਪ੍ਰਤੀ ਟੋਲਰੈਂਸ ਹੋਣਾ, ਇੱਕ ਦੂਸਰੇ ਪ੍ਰਤੀ ਵੈਰ ਭਾਵ ਨਾ ਹੋਣਾ। ਇਹ ਦੇਖੋ ਅੱਜ ਦੇ ਦੌਰ ਵਿੱਚ ਕਿੰਨੀ ਜ਼ਰੂਰਤ ਆ ਇਸ ਗੱਲ ਦੀ। ਇੱਕ ਧਰਮ ਦਾ ਬੰਦਾ ਦੂਸਰੇ ਧਰਮ ਨੂੰ ਸਮਝਦਾ ਕੱਖ ਨਹੀਂ, ਕਹਿੰਦਾ ਸਾਡਾ ਧਰਮ ਵਧੀਆ। ਇਹ ਪੁਆਇੰਟ ਬਹੁਤ ਇੰਪੋਰਟੈਂਟ ਆ। ਦੂਸਰੇ ਧਰਮ ਪ੍ਰਤੀ ਵੀ ਟੋਲਰੈਂਸ ਰੱਖਣੀ। ਜੰਗ ਦੀ ਬਜਾਏ ਧੰਮ ਦੁਆਰਾ ਜਿੱਤ, ਧਰਮ ਦੁਆਰਾ ਜਿੱਤਣਾ, ਜੰਗ ਨੂੰ ਅਵੋਇਡ ਕਰਨਾ। ਇਹ ਗੱਲਾਂ। ਅਹਿੰਸਾ ਦਾ ਸੰਕਲਪ ਅਤੇ ਅਸ਼ੋਕ ਦੇ ਧੰਮ ਦੇ ਹੋਰ ਵਿਚਾਰ ਬੁੱਧ ਦੀਆਂ ਸਿੱਖਿਆਵਾਂ ਦੇ ਸਮਾਨ ਹਨ। ਦੇਖਾਂਗੇ, ਅਸੀਂ ਪੜ੍ਹਾਂਗੇ, ਜਦੋਂ ਪੜ੍ਹਿਆ ਆਹ ਚੀਜ਼ਾਂ ਨੂੰ ਤਾਂ ਇਹ ਪਾਵਾਂਗੇ ਕਿ ਅਸ਼ੋਕ ਦੇ ਧੰਮ ਤੇ ਬੁੱਧ ਦੀ ਸਿੱਖਿਆਵਾਂ ਕਾਫੀ ਮਿਲਦੀਆਂ ਹਨ, ਜਿਸ ਤਰ੍ਹਾਂ ਅਹਿੰਸਾ ਹਨਾ ਤੇ ਹੋਰ ਵਿਚਾਰ। ਪਰ ਅਸ਼ੋਕ ਨੇ ਧੰਮ ਨੂੰ ਬੋਧੀ ਸਿੱਖਿਆਵਾਂ ਨਾਲ ਨਹੀਂ ਜੋੜਿਆ। ਅਸ਼ੋਕ ਦਾ ਧੰਮ ਬੋਧੀ ਸਿੱਖਿਆਵਾਂ ਤੋਂ ਅਲੱਗ ਆ। ਬੁੱਧ ਧਰਮ ਉਸ ਦਾ ਨਿੱਜੀ ਵਿਸ਼ਵਾਸ ਬਣਿਆ ਰਿਹਾ ਹੈ, ਪਰਸਨਲ ਲੈਵਲ ਤੇ ਬੁੱਧ ਧਰਮ। ਪਰ ਉਸਨੇ ਆਪਣਾ ਧਰਮ ਦੂਸਰਿਆਂ ਤੇ ਨਹੀਂ ਥੋਪਿਆ। ਜਿਹੜਾ ਅਸ਼ੋਕ ਦਾ ਧੰਮ ਸੀ ਉਹ ਵਾਈਡਰ ਕੰਸੈਪਟ ਸੀ। ਉਸਦਾ ਧੰਮ ਇੱਕ ਆਮ ਰਹਿਤ ਮਰਿਆਦਾ ਨੂੰ ਦਰਸਾਉਂਦਾ ਹੈ ਵੀ ਤੁਸੀਂ ਜ਼ਿੰਦਗੀ ਵਿੱਚ ਕਿਹੜੇ ਰੂਲ ਅਪਣਾਉਣੇ ਆ। ਅਸ਼ੋਕ ਨੇ ਕਾਮਨਾ ਕੀਤੀ ਕਿ ਉਸਦਾ ਧੰਮ ਸਾਰੇ ਸਮਾਜਿਕ ਪੱਧਰਾਂ ਵਿੱਚ ਫੈਲਣਾ ਚਾਹੀਦਾ ਹੈ, ਸਾਰੇ ਸਮਾਜਿਕ ਲੈਵਲ ਤੇ, ਸਾਰੇ ਧਰਮਾਂ ਵਿੱਚ। ਉਸਦਾ ਧੰਮ ਇੰਨਾ ਵਿਆਪਕ ਹੈ, ਵਿਸ਼ਾਲ ਹੈ, ਉਸਦਾ ਘੇਰਾ ਵੱਡਾ ਹੈ ਕਿ ਇਹ ਅੱਜ ਵੀ ਮਨੁੱਖਤਾ ਲਈ ਖਿੱਚ ਬਣਿਆ ਹੋਇਆ ਹੈ। ਸਾਨੂੰ ਅੱਜ ਵੀ ਇਸ ਨੂੰ ਅਪਣਾਉਣਾ ਚਾਹੀਦਾ ਹੈ। ਉਹ ਆਪਣੇ ਉਦਾਰ ਪ੍ਰਸ਼ਾਸਨ ਲਈ ਅਤੇ ਯੁੱਧ ਵਿੱਚ ਆਪਣੀ ਜਿੱਤ ਤੋਂ ਬਾਅਦ ਵੀ ਗੈਰ ਹਮਲਾਵਰ ਨੀਤੀ ਦਾ ਪਾਲਣ ਕਰਨ ਲਈ ਇਤਿਹਾਸ ਵਿੱਚ ਇੱਕ ਮਿਸਾਲ ਸੀ। ਦੇਖੋ, ਹੁਣ ਯੁੱਧ ਕੀਤਾ ਕਲਿੰਗਾ ਨਾਲ, ਜਿੱਤ ਵੀ ਲਿਆ, ਪਰ ਉਸ ਤੋਂ ਬਾਅਦ ਹਮਲਾਵਰ ਨੀਤੀ ਨਹੀਂ ਅਪਣਾਈ। ਹੁਣ ਇੱਕ ਰਾਜਾ ਜਦੋਂ ਜਿੱਤ ਜਾਂਦਾ ਆ, ਉਹ ਕਹਿੰਦਾ ਲੈ ਮੈਂ ਤਾਂ ਹੋਰ ਏਰੀਆ ਫਤਿਹ ਕਰਨਾ, ਮੈਂ ਹੋਰ ਮੁਲਕ ਆਪਣੇ ਏਰੀਏ ਵਿੱਚ ਲੈ ਲੈਣੇ, ਆਪਣੇ ਸ਼ਾਸਨ ਵਿੱਚ ਲੈ ਲੈਣੇ। ਪਰ ਇਸਨੇ ਜਿੱਤ ਤੋਂ ਬਾਅਦ ਵੀ ਗੈਰ ਹਮਲਾਵਰ ਨੀਤੀ ਦਾ ਪਾਲਣ ਕੀਤਾ। ਇਹ ਇੱਕ ਆਪਣੇ ਆਪ ਵਿੱਚ ਕੀ ਆ? ਮਿਸਾਲ ਆ। ਉਸਦਾ ਪ੍ਰਸ਼ਾਸਨ ਵੀ ਕਾਫੀ ਉਦਾਰ ਸੀ, ਜਨਤਾ ਦੀ ਬੈਨੀਵੋਲੈਂਸ ਲਈ, ਜਨਤਾ ਦੇ ਹਿੱਤ ਲਈ ਕੰਮ ਕਰਨ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ, ਦਿਲਚਸਪੀ ਰੱਖਦਾ ਸੀ। ਉਸਦਾ ਕੇਂਦਰੀ ਆਦਰਸ਼ ਮਨੁੱਖਤਾ ਦੀ ਭਲਾਈ ਨੂੰ ਅੱਗੇ ਵਧਾਉਣਾ ਸੀ। ਬੇਸਿਕ ਕੀ ਸੀ? ਵੈਲਫੇਅਰ ਆਫ ਹਿਊਮੈਨਿਟੀ, ਮਨੁੱਖਤਾ ਦੀ ਭਲਾਈ ਨੂੰ ਅੱਗੇ ਵਧਾਉਣਾ। ਓਕੇ ਜੀ। ਹੁਣ ਬਾਅਦ ਵਾਲੇ ਮੌਰਿਆ ਦੀ ਗੱਲ ਕਰ ਲਈਏ। ਦੇਖੋ, ਇਹ ਇੱਕ ਲਾਂਛਨ ਲਾ ਦਿੱਤਾ ਜਾਂਦਾ ਆ ਕਈਆਂ ਦੁਆਰਾ, ਵੱਡੇ ਕਈ ਹਿਸਟੋਰੀਅਨ ਕਹਿ ਵੀ ਦਿੰਦੇ ਆ ਕਿ ਅਸ਼ੋਕ ਨੇ ਨੌਨ ਵਾਇਲੈਂਸ ਅਪਣਾ ਲਿਆ ਸੀ, ਇਸ ਕਰਕੇ ਉਹਨ ਆਪਣੇ ਪ੍ਰਦੇਸ਼ ਦੀ ਰੱਖਿਆ ਨਹੀਂ ਕਰ ਪਾਇਆ। ਪਰ ਆਉਣ ਵਾਲੇ ਸਮਿਆਂ 'ਚ ਇਸ ਕਰਕੇ ਉਹਦਾ ਪ੍ਰਸ਼ਾਸਨ ਖੇਰੂ ਹੋ ਗਿਆ ਤੇ ਉਹ ਮੌਰਿਆ ਸਾਮਰਾਜ ਦਾ ਪਤਨ ਹੋ ਗਿਆ। ਪਰ ਇਸ ਤਰ੍ਹਾਂ ਨਹੀਂ। ਦੇਖਣ ਤੋਂ ਪਤਾ ਲੱਗਦਾ ਕਿ ਅਸ਼ੋਕ ਚਾਹੇ ਉਹਨ ਆਪਣੇ ਧੰਮ ਦਾ ਪ੍ਰਚਾਰ ਕੀਤਾ, ਪਰ ਨਾਲ ਦੀ ਨਾਲ
ਉਹ ਪ੍ਰਸ਼ਾਸਨਿਕ ਕੰਮਾਂ ਵਿੱਚ ਵੀ ਇੰਟਰਸਟ ਰੱਖਿਆ, ਉਹਨੂੰ ਪ੍ਰਸ਼ਾਸਨ ਵੱਲ ਵੀ ਪ੍ਰੋਪਰ ਧਿਆਨ ਦਿੱਤਾ। ਉਹ ਟਾਈਮ ਟੂ ਟਾਈਮ ਆਪਣੇ ਅਫੀਸ਼ੀਅਲਸ ਨਾਲ ਮੀਟਿੰਗ ਵੀ ਕਰਦਾ ਰਹਿੰਦਾ ਸੀ। ਅਸਲ 'ਚ ਇੱਕਦਮ ਨਹੀਂ ਪਤਨ ਹੋਇਆ ਸੀ ਮੌਰੀਆ ਸਾਮਰਾਜ ਦਾ। ਹੌਲੀ ਹੌਲੀ ਕੀ ਹੁੰਦਾ ਆ, ਕਿਸੇ ਵੀ ਵੱਡੇ ਸਾਮਰਾਜ ਵਿੱਚ ਜਿਹੜੇ ਵੰਸ਼ਜ ਹੁੰਦੇ ਆ ਉਨੇ ਕਾਬਿਲ ਨਹੀਂ ਹੁੰਦੇ, ਤਾਂ ਹੌਲੀ ਹੌਲੀ ਉਹ ਆਪਸ 'ਚ ਟੁੱਟ ਜਾਂਦਾ, ਵੰਡ ਹੋ ਜਾਂਦਾ, ਅਤੇ ਇੱਕ ਸਮਾਂ ਆਉਂਦਾ ਜਦੋਂ ਕੋਈ ਹੋਰ ਸਾਮਰਾਜ ਆ ਜਾਂਦਾ, ਕਿਸੇ ਹੋਰ ਦਾ ਕਬਜ਼ਾ ਹੋ ਜਾਂਦਾ ਗੱਦੀ 'ਤੇ। ਅਤੇ ਇਸ ਕਰਕੇ ਇਹ ਲਾਂਛਨ ਕੋਈ ਇੰਨਾ ਜ਼ਿਆਦਾ ਤਰਕ ਵਾਲਾ ਨਹੀਂ ਕਿ ਅਸ਼ੋਕ ਨੇ ਬੁੱਧ ਧਰਮ ਅਪਣਾ ਲਿਆ, ਉਹ ਨੋਨ ਵਾਇਲੈਂਟ ਹੋ ਗਿਆ, ਇਸ ਕਰਕੇ ਬਾਅਦ ਵਿੱਚ ਮੌਰੀਆ ਸਾਮਰਾਜ ਦਾ ਪਤਨ ਹੋ ਗਿਆ। ਨਹੀਂ, ਉਹਦੇ ਆਪਣੇ ਕਾਰਨ ਹੁੰਦੇ ਆ। ਕਿਉਂਕਿ ਦੇਖੋ ਨਾ, ਅਸ਼ੋਕ ਦੀ ਮੌਤ ਤੋਂ ਬਾਅਦ ਵੀ ਕਾਫੀ ਸਮੇਂ ਤੱਕ ਮੌਰੀਅਨ ਸਾਮਰਾਜ ਰਿਹਾ। ਅਸ਼ੋਕ ਦੀ ਮੌਤ 232 BC ਵਿੱਚ ਹੋਈ, ਬਿਫੋਰ ਕ੍ਰਾਈਸਟ, ਈਸਾ ਪੂਰਵ। ਇਸ ਤੋਂ ਬਾਅਦ ਮੌਰੀਆ ਸਾਮਰਾਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬੇਸਿਕਲੀ ਦੋ ਹਿੱਸੇ 'ਚ ਵੰਡ ਹੋ ਗਏ। ਹੈ ਮੌਰੀਆ ਵੰਸ਼ਜ ਦੀ ਸੀ ਪੂਰਾ ਇਹ ਸਾਮਰਾਜ। ਇੱਕ ਹੋ ਗਿਆ ਜੀ ਪੂਰਬ ਵਾਲਾ, ਇੱਕ ਹੋ ਗਿਆ ਜੀ ਪੱਛਮ ਵਾਲਾ। ਪੱਛਮੀ ਅਤੇ ਪੂਰਬੀ। ਪੱਛਮੀ ਹਿੱਸੇ 'ਤੇ ਅਸ਼ੋਕ ਦੇ ਪੁੱਤਰ ਕੁਨਾਲ ਦਾ ਰਾਜ ਸੀ, ਅਤੇ ਪੂਰਬੀ ਹਿੱਸੇ 'ਤੇ ਦਸ਼ਰਥ, ਜੋ ਕਿ ਅਸ਼ੋਕ ਦੇ ਪੋਤਿਆਂ ਵਿੱਚੋਂ ਇੱਕ ਸੀ। ਇੱਕ ਪਾਸੇ ਅਸ਼ੋਕ ਦਾ ਪੁੱਤਰ, ਇੱਕ ਪਾਸੇ ਅਸ਼ੋਕ ਦਾ ਪੋਤਾ। ਇਹਨਾਂ ਨੇ ਫਿਰ ਰਾਜ ਦੋ ਹਿੱਸਿਆਂ ਵਿੱਚ ਵੰਡ ਲਿਆ, ਪੂਰਬ ਤੇ ਪੱਛਮ। ਬੈਕਟੀਰੀਆ ਦੇ ਹਮਲਿਆਂ ਕਾਰਨ ਸਾਮਰਾਜ ਦਾ ਪੱਛਮੀ ਹਿੱਸਾ ਢਹਿ ਢੇਰੀ ਹੋ ਗਿਆ। ਹੁਣ ਪੱਛਮੀ ਹਿੱਸਾ ਕਿਹੜਾ? ਆਪਣਾ ਪੰਜਾਬ ਵਾਲਾ, ਇਹ ਵਾਲਾ ਏਰੀਆ ਸਾਰਾ। ਪੁਰਾਣਾ ਪੰਜਾਬ ਵੱਡਾ ਸੀ, ਪੰਜਾਬ, ਪਾਕਿਸਤਾਨ, ਇਹ ਵਾਲਾ ਏਰੀਆ। ਅਫਗਾਨਿਸਤਾਨ ਤੋਂ ਉੱਤੇ ਉਸ ਸਮੇਂ ਬੈਕਟੀਰੀਆ ਦਾ ਸਾਮਰਾਜ ਸੀ, ਬੈਕਟੀਰੀਆ, ਅਤੇ ਉਹ ਇੱਕ ਆਪਣੇ ਆਪ 'ਚ ਸਾਮਰਾਜ ਸੀ। ਤਾਂ ਉਹਨਾਂ ਨੇ ਵੀ ਭਾਰਤ 'ਤੇ ਹਮਲੇ ਕੀਤੇ, ਉੱਤਰ ਪੱਛਮ ਭਾਰਤ 'ਤੇ ਹਮਲੇ ਕੀਤੇ, ਅਤੇ ਇਸ ਏਰੀਏ ਵਾਲਾ ਜਿਹੜਾ ਮੌਰੀਅਨ ਸਾਮਰਾਜ ਸੀ ਉਹ ਕਾਫੀ ਢਹਿ ਢੇਰੀ ਕਰਤਾ। ਅਤੇ ਅਸੀਂ ਦੇਖਾਂਗੇ ਕਿ ਬਾਅਦ ਵਿੱਚ ਇੱਥੇ ਗ੍ਰੀਕੀ ਕਾਬਿਜ਼ ਹੋ ਗਏ ਸੀ। ਠੀਕ ਹੈ ਜੀ। ਹੁਣ ਇਹ ਕਮਜ਼ੋਰ ਹੋ ਗਿਆ, ਅਤੇ ਦਸ਼ਰਥ ਦੇ ਉੱਤਰਾਧਿਕਾਰੀ ਜਿਹੜਾ ਪੂਰਬ ਵੱਲ ਸੀ, ਉਸ ਦਾ ਉੱਤਰਾਧਿਕਾਰੀ ਸੀ ਸੰਪ੍ਰਤੀ। ਸੰਪ੍ਰਤੀ ਦੇ ਅਧੀਨ ਪੂਰਬੀ ਹਿੱਸਾ ਬਰਕਰਾਰ ਸੀ। ਠੀਕ ਹੈ ਜੀ। ਤਾਂ ਫਿਰ ਇੱਥੇ ਚਲਦੇ ਚਲਦੇ ਇੱਕ ਤੋਂ ਬਾਅਦ ਦੂਜਾ ਰਾਜਾ ਆਇਆ, ਤਾਂ ਆਖਰੀ ਮੌਰੀਆ ਰਾਜਾ ਬ੍ਰਿਹਾਦਰਥ ਇਹ ਸੀ। ਇਸ ਨੂੰ ਇਸ ਦੇ ਹੀ ਸੈਨਾਪਤੀ ਪੁਸ਼ਯਮਿੱਤਰ ਸੁੰਗ ਨੇ ਮਾਰ ਦਿੱਤਾ ਸੀ। ਠੀਕ ਹੈ ਨਾ, ਪੁਸ਼ਯਮਿੱਤਰ ਸੁੰਗ ਨੇ ਮਾਰ ਦਿੱਤਾ ਸੀ। ਇਹ ਸੁੰਗ ਬ੍ਰਾਹਮਣ ਸੀ ਜੀ। ਇਹ ਬ੍ਰਾਹਮਣ ਸੀ, ਮਤਲਬ ਹਿੰਦੂ ਧਰਮ ਦੇ ਹੋ ਗਏ। ਮੌਰੀਆ ਮੋਸਟਲੀ ਬੋਧੀ ਸੀ। ਤੇ ਕਹਿੰਦੇ ਆ ਕਿ ਪੁਸ਼ਯਮਿੱਤਰ ਨੇ ਜਦੋਂ ਪ੍ਰਸ਼ਾਸਨ ਸੰਭਾਲਿਆ ਤੇ ਇਹਨ ਕਾਫੀ ਬੋਧੀਆਂ ਦਾ ਸੰਹਾਰ ਕੀਤਾ। ਤੇ ਬੋਧੀ ਲਿਟਰੇਚਰ ਪੁਸ਼ਯਮਿੱਤਰ ਸੁੰਗ ਨੂੰ ਸਲੇਅਰ ਆਫ ਦਾ ਬੁੱਧਿਸਟ ਕਹਿੰਦੇ ਆ, ਵੀ ਇਸਨੇ ਕਾਫੀ ਬੋਧੀਆਂ ਨੂੰ ਮਾਰ ਦਿੱਤਾ ਸੀ। ਤੇ ਇਸਨੇ ਫਿਰ ਅਸ਼ਮ ਯੱਗ ਵੀ ਕਰਵਾਇਆ ਸੀ। ਬ੍ਰਾਹਮਣਿਜ਼ਮ ਦਾ ਰਿਵਾਈਵਲ ਹੋਇਆ ਇਸ ਦੇ ਅੰਤਰਗਤ। ਅੱਛਾ, ਇਹ ਵੀ ਇੱਕ ਇੰਟਰਸਟਿੰਗ ਗੱਲ ਆ, ਜਿਹੜਾ ਆਖਰੀ ਸੁੰਗ ਸੀ ਨਾ, ਸੁੰਗ ਡਾਇਨੈਸਟੀ ਦਾ ਰਾਜਾ, ਉਹਨੂੰ ਵੀ ਉਹਦੇ ਸੈਨਾਪਤੀ ਕਨਵਾ ਨੇ ਮਾਰ ਕੇ ਗੱਦੀ ਹਾਸਲ ਕਰ ਲਈ। ਇਹ ਰਾਜ ਦਰਬਾਰ ਦੀਆਂ ਇਤਿਹਾਸ ਇੱਦਾਂ ਹੀ ਹੁੰਦੇ ਆ ਜੀ। ਉਹਨੂੰ ਮਾਰਤਾ, ਚਲੋ ਜੀ ਗੱਦੀ ਲੈ ਲਈ। ਆਹ ਤੁਸੀਂ ਯਾਦ ਰੱਖਿਓ, ਆਖਰੀ ਮੌਰੀਆ ਰਾਜਾ ਸੀ ਬ੍ਰਿਹਾਦਰਥ। ਉਸਨੂੰ ਪੁਸ਼ਯਮਿੱਤਰ ਸੁੰਗ, ਜੋ ਕਿ ਉਸਦਾ ਸੈਨਾਪਤੀ ਸੀ, ਉਸਨੇ ਮਾਰ ਕੇ ਗੱਦੀ ਆਪਣੇ ਹੱਥ ਵਿੱਚ ਲੈ ਲਈ। ਬ੍ਰਿਹਾਦਰਥ ਦੀ ਡੈਥ ਹੋਈ ਸੀ ਜੀ 185 BC ਵਿੱਚ। ਤੇ ਆਹ ਦੇਖੋ, ਅਸ਼ੋਕਾ ਦੀ ਡੈਥ ਹੋਈ 232। ਠੀਕ ਹੈ ਨਾ, 232 ਤੋਂ ਘਟਾ ਦਿਓ 185, 30 ਤੇ 5, 30, 40, 45, 2, ਇਹ ਤੁਸੀਂ ਹਿਸਾਬ ਲਓ ਕਿੰਨਾ ਕੁ ਹੋ ਗਿਆ ਜੀ, ਹੈ ਨਾ। 185, ਇਹ ਤੁਸੀਂ 50-60 ਸਾਲ ਲਾ ਲਓ, ਮਤਲਬ ਘੱਟੋ ਘੱਟ 60 ਕੁ ਸਾਲ ਤਾਂ ਅਸ਼ੋਕਾ ਤੋਂ ਬਾਅਦ ਵੀ ਰਾਜ ਰਿਹਾ। ਅੱਛਾ ਜੀ, ਅੱਗੇ ਗੱਲ ਕਰਦੇ ਹਾਂ ਜੀ ਮੌਰੀਅਨ ਪ੍ਰਸ਼ਾਸਨ ਦੇ ਬਾਰੇ ਵਿੱਚ। ਪ੍ਰਸ਼ਾਸਨ ਕਿਹੋ ਜਿਹਾ ਸੀ? ਸੈਂਟਰਲ ਗਵਰਨਮੈਂਟ ਕਿਸ ਤਰ੍ਹਾਂ ਦੀ ਸੀ? ਸੈਂਟਰਲ ਗਵਰਨਮੈਂਟ ਅਸੀਂ ਪੜ੍ਹਾਂਗੇ ਕਿ ਉਹਨਾਂ ਦੀ ਸੈਂਟਰਲ ਗਵਰਨਮੈਂਟ ਬੜੀ ਕੁਸ਼ਲ ਸੀ। ਮੌਰੀਆ ਦੀ ਚੜ੍ਹਾਈ ਦੇ ਨਤੀਜੇ ਵਜੋਂ ਭਾਰਤ ਵਿੱਚ ਰਾਜਸ਼ਾਹੀ ਦੀ ਜਿੱਤ ਹੋਈ ਸੀ। ਰਾਜਸ਼ਾਹੀ, ਮੋਨਾਰਕੀ। ਅਸੀਂ ਪੜ੍ਹਿਆ ਕਿ ਮੌਰੀਅਨ ਤੋਂ ਪਹਿਲਾਂ ਰਿਪਬਲਿਕਨ ਵੀ ਹੁੰਦੇ ਸੀ, ਗਣਤੰਤਰਾਂ ਦਾ ਵੀ ਰਾਜ ਸੀ, ਜਿੱਥੇ ਕੌਂਸਲ ਰੂਲ ਕਰਦੀ ਸੀ, ਇਕੱਠੇ ਬੈਠ ਕੇ ਡਿਸੀਜਨ ਲਏ ਜਾਂਦੇ ਸੀ। ਜਾਂ ਓਲੀਗਾਰਕੀ ਸੀ। ਓਲੀਗਾਰਕੀ ਮਤਲਬ ਜਿੱਥੇ ਇੱਕ ਰਾਜਾ ਨਹੀਂ, 2-3 ਰਾਜੇ ਆ ਇਕੱਠੇ। ਪਰ ਮੌਰੀਆ ਦੀ ਚੜ੍ਹਾਈ ਤੋਂ ਬਾਅਦ ਜਦੋਂ ਮੌਰੀਅਨ
ਸਾਮਰਾਜ ਸਥਾਪਿਤ ਹੋ ਗਿਆ ਤੇ ਹੁਣ ਕੀ ਹੋ ਗਿਆ, ਗਣਰਾਜ ਵਗੈਰਾ ਖਤਮ ਹੋ ਗਏ, ਲਗਭਗ ਬਹੁਤ ਘੱਟ ਬਚੇ ਤੇ ਰਾਜਸ਼ਾਹੀ ਮਤਲਬ ਮੋਨਾਰਕੀ, ਇੱਕ ਰਾਜਾ ਫਿਰ ਉਹਦਾ ਪੁੱਤਰ ਰਾਜਾ, ਇਸ ਤਰ੍ਹਾਂ ਰਾਜਸ਼ਾਹੀ ਦੀ ਜਿੱਤ ਹੋ ਗਈ। ਪੂਰਵ ਮੌਰਿਆ ਵਿੱਚ, ਮੌਰਿਆ ਤੋਂ ਪਹਿਲਾਂ ਪੂਰਵ ਮੌਰਿਆ ਭਾਰਤ ਵਿੱਚ ਪ੍ਰਚਲਿਤ ਗਣਰਾਜ ਅਤੇ ਓਲੀਗਾਰਚੀ ਰਾਜ ਵਰਗੀਆਂ ਹੋਰ ਪ੍ਰਣਾਲੀਆਂ ਢਹਿ ਢੇਰੀ ਹੋ ਗਈਆਂ। ਗਣਰਾਜ ਕਿੱਥੇ ਸੀ, ਜਿੱਥੇ ਅਸੈਂਬਲੀ ਗਰੁੱਪ ਆਫ ਪੀਪਲ ਡਿਸੀਜਨ ਲੈਂਦੇ ਸੀ, ਤੇ ਓਲੀਗਾਰਕੀ ਜਿੱਥੇ ਇੱਕ ਰਾਜਾ ਨਹੀਂ 2-3 ਰਾਜੇ ਹੋ ਸਕਦੇ ਆ। ਇਹ ਇਸ ਤਰ੍ਹਾਂ ਦੀਆਂ ਪ੍ਰਣਾਲੀਆਂ ਖਤਮ ਹੋ ਗਈਆਂ, ਢਹਿ ਢੇਰੀ ਹੋ ਗਈਆਂ, ਬਹੁਤ ਘੱਟ ਬਚੀਆਂ ਤੇ ਰਾਜਸ਼ਾਹੀ ਦੀ ਜਿੱਤ ਹੋਈ, ਮੋਨਾਰਕੀ। ਹਾਲਾਂਕਿ ਪ੍ਰਾਚੀਨ ਭਾਰਤ ਦੇ ਪ੍ਰਮੁੱਖ ਰਾਜਨੀਤਿਕ ਸਿਧਾਂਤਕਾਰ ਕੌਟਿਲਿਆ ਨੇ ਸਰਕਾਰ ਦੇ ਰਾਜਸ਼ਾਹੀ ਰੂਪ ਦਾ ਸਮਰਥਨ ਕੀਤਾ ਸੀ। ਉਹ ਕਹਿੰਦਾ ਠੀਕ ਆ, ਰਾਜਸ਼ਾਹੀ ਰੂਪ ਹੀ ਹੋਣਾ ਚਾਹੀਦਾ ਆ, ਜੇ ਜ਼ਿਆਦਾ ਰਾਜੇ ਹੋਣ ਜਾਂ ਕੌਂਸਲ ਹੋਵੇ ਤਾਂ ਡਿਸੀਜਨ ਤੇ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਆ। ਪਰ ਉਹਨੇ ਇਹ ਨਹੀਂ ਕਿਹਾ ਸੀਗਾ ਕਿ ਰਾਜੇ ਕੋਲ ਐਬਸੋਲੂਟ ਪਾਵਰ ਹੋਵੇ, ਰਾਜੇ ਕੋਲ ਐਬਸੋਲੂਟ ਪਾਵਰ ਹੋਵੇ, ਇਸ ਤਰ੍ਹਾਂ ਨਹੀਂ ਉਹਨੇ ਕਿਹਾ। ਉਹ ਸ਼ਾਹੀ ਨਿਰੰਕੁਸ਼ਤਾ ਦੇ ਪੱਖ ਵਿੱਚ ਨਹੀਂ ਸੀ। ਸ਼ਾਹੀ ਨਿਰੰਕੁਸ਼ਤਾ ਮਤਲਬ ਰਾਇਲ ਐਬਸੋਲੂਟਿਜ਼ਮ, ਵੀ ਰਾਜੇ ਨੇ ਜੋ ਕਹਿਤਾ ਉਸ ਤਰ੍ਹਾਂ ਹੀ ਹੋਵੇਗਾ। ਕਹਿੰਦਾ ਨਹੀਂ, ਇਸ ਤਰ੍ਹਾਂ ਨਹੀਂ, ਰਾਜੇ ਉੱਤੇ ਵੀ ਚੈੱਕ ਐਂਡ ਬੈਲੈਂਸ ਲੱਗਣੇ ਚਾਹੀਦੇ ਆ, ਉਸਦੇ ਉੱਤੇ ਵੀ ਪ੍ਰੋਪਰ ਰੂਲ ਲੱਗਣੇ ਚਾਹੀਦੇ ਆ। ਉਸਨੇ ਲਗਾਏ ਵੀ ਸੀ, ਕੌਟਿਲਿਆ ਨੇ ਮੈਂਸ਼ਨ ਕੀਤੇ ਆ ਵੀ ਰਾਜੇ ਉੱਤੇ ਆਹ ਨਿਯਮ ਲੱਗਦੇ ਆ। ਉਸਨੇ ਵਕਾਲਤ ਕੀਤੀ ਕਿ ਰਾਜੇ ਨੂੰ ਪ੍ਰਸ਼ਾਸਨ ਚਲਾਉਣ ਵਿੱਚ ਆਪਣੇ ਮੰਤਰਾਲਿਆਂ ਦੀ ਸਲਾਹ ਲੈਣੀ ਚਾਹੀਦੀ ਹੈ। ਮੰਤਰਾਲਿਆਂ ਦੀ ਸਲਾਹ, ਵੀ ਇਕੱਲਾ ਰਾਜਾ ਜੋ ਬੋਲਦੇ ਉਹੀ ਨਹੀਂ ਮੰਨ ਲੈਣਾ, ਮੰਤਰਾਲਿਆਂ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਲਈ ਰਾਜੇ ਦੀ ਪ੍ਰਸ਼ਾਸਨਿਕ ਸਹਾਇਤਾ ਲਈ ਮੰਤਰੀ ਪ੍ਰੀਸ਼ਦ ਨਾਮਕ ਮੰਤਰੀ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਮੰਤਰੀ ਪ੍ਰੀਸ਼ਦ ਸੀਗਾ, ਪ੍ਰੋਪਰ ਮੰਤਰੀ ਸੀਗੇ ਰਾਜੇ ਕੋਲ, ਸੈਨਾਪਤੀ ਸੀ, ਹਨਾ, ਰੈਵਨਿਊ ਮਿਨਿਸਟਰ ਸੀ, ਜੋ ਅੱਜ ਦੇ ਟਾਈਮ 'ਤੇ ਜਿਸ ਤਰ੍ਹਾਂ ਮਿਨਿਸਟਰ ਹੁੰਦੇ ਆ ਉਸ ਹਿਸਾਬ ਨਾਲ ਉਸ ਵੇਲੇ ਵੀ ਮਿਨਿਸਟਰ ਸੀ। ਇਸ ਵਿੱਚ ਪੁਰੋਹਿਤ, ਮਹਾਮੰਤਰੀ, ਸੈਨਾਪਤੀ ਅਤੇ ਯੁਵਰਾਜ ਸ਼ਾਮਿਲ ਸਨ। ਇਹ ਸਾਰੇ ਸ਼ਾਮਿਲ ਸੀ। ਰੋਜ਼ਮर्रा ਦੇ ਪ੍ਰਸ਼ਾਸਨ ਦੀ ਦੇਖਰੇਖ ਲਈ ਸਿਵਲ ਸੇਵਕ ਸਨ, ਸਿਵਲ ਸਰਵੈਂਟ। ਅੱਜ ਦੇ ਦੌਰ ਦੇ IAS ਆਫਿਸਰ ਆ ਨਾ ਜਿਹੜੇ ਸਿਵਲ ਸਰਵੈਂਟਸ, ਇਸੇ ਹਿਸਾਬ ਨਾਲ ਉਸ ਵੇਲੇ ਵੀ ਸਿਵਲ ਸਰਵੈਂਟ ਸਨ, ਜਿਨ੍ਹਾਂ ਨੂੰ ਅਮਾਤਿਆ ਕਿਹਾ ਜਾਂਦਾ ਸੀ। ਆਹ ਇੰਪੋਰਟੈਂਟ ਨਾਮ ਹੋ ਗਿਆ। ਅਮਾਤਿਆ ਕੌਣ ਸੀ? ਉਸ ਟਾਈਮ ਦੇ ਸਿਵਲ ਸਰਵੈਂਟ, ਸਿਵਲ ਸੇਵਕ, ਜੋ ਕਿ ਰੋਜ਼ਮर्रा ਦੇ ਪ੍ਰਸ਼ਾਸਨ ਦੀ ਦੇਖਰੇਖ ਕਰਦੇ ਸੀ। ਠੀਕ ਹੈ ਜੀ। ਇਹ ਅਧਿਕਾਰੀ ਇੰਡੀਪੈਂਡੈਂਟ ਇੰਡੀਆ ਦੇ ਆਜ਼ਾਦ ਭਾਰਤ ਦੇ IAS ਅਫਸਰਾਂ ਵਾਂਗ ਹੀ ਸਨ। ਹੁਣ ਵਾਂਗ ਹੀ ਸਨ, IAS ਅਫਸਰਾਂ ਵਾਂਗ ਹੀ ਸਨ। ਕੌਟਿਲਿਆ ਦੁਆਰਾ ਅਮਾਤਿਆਂ ਦੀ ਚੋਣ ਦੀ ਵਿਧੀ ਵਿਸਤ੍ਰਿਤ ਰੂਪ ਵਿੱਚ ਦਿੱਤੀ ਗਈ ਸੀ। ਕੌਟਿਲਿਆ ਚਾਣਕਿਆ ਨੇ ਪ੍ਰੋਪਰ ਪ੍ਰੋਸੀਜਰ ਦੱਸਿਆ ਸੀ ਕਿ ਇਹ IAS ਆਫਿਸਰ, ਇਹ ਅਮਾਤਿਆਂ ਦੀ ਚੋਣ ਕਿਸ ਤਰ੍ਹਾਂ ਹੋਣੀ ਆ। ਜਿਸ ਤਰ੍ਹਾਂ ਅੱਜ ਦੇ ਦੌਰ ਵਿੱਚ ਆਫਿਸਰਸ ਦੀ ਚੋਣ ਹੁੰਦੀ ਆ ਨਾ, ਪ੍ਰੀ ਹੁੰਦਾ, ਮੇਨਸ ਹੁੰਦਾ, ਇੰਟਰਵਿਊ ਹੁੰਦੀ ਆ, ਉਸ ਹਿਸਾਬ ਨਾਲ ਕੌਟਿਲਿਆ ਨੇ ਵੀ ਪ੍ਰੋਪਰ ਡਿਟੇਲ ਦੱਸੀ ਸੀ ਵੀ ਕੀ ਟੈਸਟ ਹੋਣੇ ਚਾਹੀਦੇ ਆ। ਅਸ਼ੋਕਾ ਨੇ ਧੰਮ ਦੇ ਪ੍ਰਸਾਰ ਦੀ ਨਿਗਰਾਨੀ ਕਰਨ ਲਈ ਧੰਮ ਮਹਾਮਾਤਰਾ ਨੂੰ ਨਿਯੁਕਤ ਕੀਤਾ ਸੀ। ਧੰਮ ਮਹਾਮਾਤਰਾ ਇਹ ਕੌਣ ਸੀ? ਅਸ਼ੋਕਾ ਦਾ ਜਿਹੜਾ ਧੰਮ ਸੀ ਉਹਦਾ ਪ੍ਰਸਾਰ ਕਰਨ ਲਈ ਆਫਿਸਰਸ। ਇਸ ਤਰ੍ਹਾਂ ਮੌਰਿਆ ਰਾਜ ਇੱਕ ਚੰਗੀ ਤਰ੍ਹਾਂ ਸੰਗਠਿਤ ਸਿਵਲ ਸੇਵਾ ਸੀ, ਜਾਂ ਮੌਰਿਆ ਰਾਜ ਵਿੱਚ ਇੱਕ ਚੰਗੀ ਤਰ੍ਹਾਂ ਸੰਗਠਿਤ ਪ੍ਰੋਪਰ ਸਿਵਲ ਸਰਵੈਂਟ, ਸਿਵਲ ਸੇਵਾ ਸੀ, ਸਿਵਲ ਸਰਵਿਸਿਜ਼ ਸੀ। ਇਹ ਪ੍ਰਸ਼ਨ ਆ ਸਕਦਾ ਕਿ ਮੌਰਿਆ ਰਾਜ ਵਿੱਚ ਵੈਲ ਆਰਗੇਨਾਈਜ਼ਡ ਸਿਵਲ ਸਰਵਿਸਿਜ਼ ਸੀ, ਇੱਕ ਚੰਗੀ ਤਰ੍ਹਾਂ ਸੰਗਠਿਤ ਸਿਵਲ ਸੇਵਾ ਸੀ। ਵਿਚਾਰ ਦਿਓ, ਉਸ ਵੇਲੇ ਤੁਸੀਂ ਆਹ ਗੱਲਾਂ ਲਿਖ ਦੇਣੀਆਂ। ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਫੌਜ ਦੀ। ਉਹਨਾਂ ਦੀ ਫੌਜ ਕਿਸ ਤਰ੍ਹਾਂ ਦੀ ਸੀ? ਮੌਰਿਆ ਫੌਜ ਚੰਗੀ ਤਰ੍ਹਾਂ ਸੰਗਠਿਤ ਸੀ, ਮਤਲਬ ਹਾਇਰ ਰੈਂਕ, ਲੋਅਰ ਰੈਂਕ, ਆਪਸ 'ਚ ਉਹਨਾਂ ਦੀਆਂ ਰੈਂਕ ਦੀਆਂ ਡਿਵੀਜ਼ਨਾਂ, ਕਿਹਦੇ ਕੋਲ ਕਿੰਨੀ ਫੌਜ, ਕਿਹਦਾ ਕੀ ਰੋਲ, ਇਹ ਸਭ ਕੁਛ ਪਹਿਲਾਂ ਹੀ ਤੈਅ ਸੀ, ਪੂਰੀ ਤਰ੍ਹਾਂ ਸੰਗਠਿਤ ਸੀ। ਅਤੇ ਇਹ ਸੈਨਾਪਤੀ ਦੇ ਕੰਟਰੋਲ ਹੇਠ ਸੀ। ਫੌਜ ਸੈਨਾਪਤੀ ਦੇ ਕੰਟਰੋਲ ਅੰਦਰ ਸੀ। ਠੀਕ ਹੈ ਜੀ। ਸਾਡੇ ਕੀ ਆ, ਡਿਫੈਂਸ ਮਿਨਿਸਟਰ ਆ। ਜਿਸ ਤਰ੍ਹਾਂ ਤਨਖਾਹਾਂ ਦਾ ਭੁਗਤਾਨ ਨਕਦ ਕੀਤਾ ਜਾਂਦਾ ਸੀ, ਪ੍ਰੋਪਰ ਪੈਸੇ ਦੇ ਕੇ। ਕੌਟਿਲਿਆ ਵੱਖ-ਵੱਖ ਰੈਂਕ ਦੇ ਫੌਜੀ ਅਧਿਕਾਰੀਆਂ ਦੀਆਂ ਤਨਖਾਹਾਂ ਦਾ ਹਵਾਲਾ ਵੀ ਦਿੰਦਾ ਹੈ, ਵੀ ਅਲੱਗ-ਅਲੱਗ ਰੈਂਕ ਦੇ ਫੌਜੀ ਆਫਿਸਰ ਦੀਆਂ ਕਿੰਨੀਆਂ ਤਨਖਾਹਾਂ ਸੀ। ਅਸੀਂ ਪੜ੍ਹਿਆ ਕਿ ਜਿਹੜਾ ਅਰਥ ਸ਼ਾਸਤਰ ਸੀ ਉਹਦੇ ਵਿੱਚ ਤਕਰੀਬਨ 10 ਕਿਤਾਬਾਂ ਅਸੀਂ ਪੜ੍ਹੀਆਂ। ਕਿੰਨਾ ਵੱਡਾ
ਉਹ ਸੀਗਾ ਪੂਰੀ ਕਿਤਾਬ ਸੀ, ਕਿਤਾਬਾਂ ਦਾ ਸੰਗ੍ਰਹਿ ਸੀ ਅਰਥ ਸ਼ਾਸਤਰ, ਤੇ ਉਹਦੇ ਵਿੱਚ ਆਹ ਸਾਰੀਆਂ ਗੱਲਾਂ ਡਿਟੇਲ ਵਿੱਚ ਲਿਖੀਆਂ ਗਈਆਂ ਸੀ। ਯੂਨਾਨੀ ਲੇਖਕ ਪਲੀਨੀ ਦੇ ਅਨੁਸਾਰ ਮੌਰਿਆ ਸੈਨਾ ਵਿੱਚ 6 ਲੱਖ ਪੈਦਲ ਸੈਨਾ, 30,000 ਘੋੜਸਵਾਰ, 9,000 ਹਾਥੀ ਅਤੇ 8,000 ਰੱਥ ਸਨ। ਇਹ ਤੁਸੀਂ ਸਾਰਾ ਯਾਦ ਨਹੀਂ ਕਰਨਾ, ਬਸ ਅੰਦਾਜ਼ਾ ਲੈਣ ਲਈ ਕਿ ਉਹਨਾਂ ਦੀ ਫੌਜ ਇੰਨੀ ਤਕੜੀ ਸੀ, ਬਹੁਤ ਤਕੜੀ ਸੀ। ਇਹਨਾਂ 4 ਵਿੰਗਾਂ ਤੋਂ ਇਲਾਵਾ ਜਲ ਸੈਨਾ ਅਤੇ ਟਰਾਂਸਪੋਰਟ ਅਤੇ ਸਪਲਾਈ ਵਿੰਗ ਵੀ ਸਨ। ਟਰਾਂਸਪੋਰਟ ਦੀ ਅਲੱਗ, ਸਪਲਾਈ ਦੀ ਅਲੱਗ, ਜਲ ਸੈਨਾ ਦੀ ਅਲੱਗ ਵਿੰਗ ਵੀ ਸੀ। ਠੀਕ ਹੈ ਜੀ। ਆਰਮੀ ਦੇ ਵਿੱਚ ਹੀ ਹਰ ਵਿੰਗ ਅਧਿਅਕਸ਼ ਜਾਂ ਸੁਪਰਟੈਂਡਾਂ ਦੇ ਨਿਯੰਤਰਣ ਅਧੀਨ ਸੀ। ਹਰ ਇੱਕ ਦਾ ਇੱਕ ਆਪਣਾ ਸੁਪਰਟੈਂਡੈਂਟ ਹੁੰਦਾ ਸੀ, ਹਰ ਇੱਕ ਵਿੰਗ ਦਾ ਉਹਦਾ ਇੱਕ ਆਪਣਾ ਅਧਿਅਕਸ਼ ਹੁੰਦਾ ਸੀ। ਕਹਿਣ ਦਾ ਮਤਲਬ ਪ੍ਰੋਪਰ ਸਿਸਟਮ ਸੀ। ਇਹ ਤੁਸੀਂ ਯਾਦ ਰੱਖੋ। ਮੈਗਾਸਥੀਨੇਜ਼ ਕੌਣ ਸੀ? ਇਹ ਸੈਲੂਕਸ ਨਿਕੇਟਰ ਦੁਆਰਾ ਭੇਜਿਆ ਗਿਆ ਰਾਜਦੂਤ। ਕਿਹਦੇ ਦਰਬਾਰ ਵਿੱਚ? ਮੌਰਿਅਨ ਦਰਬਾਰ ਵਿੱਚ, ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ। ਉਸਨੇ ਕਿਤਾਬ ਲਿਖੀ ਸੀ ਇੰਡੀਕਾ। ਉਸ ਅਨੁਸਾਰ ਉਸਨੇ ਕੀ ਦੱਸਿਆ ਜੀ? ਉਸਨੇ ਮਿਲਟਰੀ ਡਿਪਾਰਟਮੈਂਟ ਆਫ ਕਮਰਸ ਐਂਡ ਇੰਡਸਟਰੀ ਦੇ 6 ਵਿੰਗਾਂ ਨੂੰ ਕੰਟਰੋਲ ਕਰਨ ਲਈ 5 ਮੈਂਬਰਾਂ ਦੇ 6 ਬੋਰਡਾਂ ਦਾ ਜ਼ਿਕਰ ਕੀਤਾ ਹੈ। ਉਸਨੇ ਵੀ ਦੱਸਿਆ ਵੀ ਕਿਸ ਤਰ੍ਹਾਂ ਪ੍ਰੋਪਰ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਕੰਟਰੋਲ ਕਰਨ ਲਈ ਪ੍ਰੋਪਰ ਆਫਿਸਰਸ ਤੇ ਬੋਰਡ ਬਣੇ ਹੋਏ ਸੀ। ਇਸ ਤਰ੍ਹਾਂ ਤੁਸੀਂ ਯਾਦ ਰੱਖਿਓ। ਕੱਲਾ ਨਹੀਂ ਯਾਦ ਰੱਖਣਾ, 5 ਮੈਂਬਰਾਂ ਦੇ 6 ਬੋਰਡ ਇਸ ਤਰ੍ਹਾਂ ਯਾਦ ਵੀ ਨਹੀਂ ਰਹਿਣਾ। ਅੱਛਾ ਜੀ। ਕਮਰਸ ਅਤੇ ਇੰਡਸਟਰੀ ਦਾ ਡਿਪਾਰਟਮੈਂਟ, ਇਹ ਕਿਹਨਾਂ ਡੀਲ ਕਰਦਾ? ਕਾਰੋਬਾਰ ਨਾਲ, ਇੰਡਸਟਰੀ ਨਾਲ, ਹੈ ਨਾ, ਵਪਾਰ ਨਾਲ। ਇਸ ਵਿਭਾਗ ਨੇ ਵਸਤੂਆਂ ਦੀਆਂ ਪ੍ਰਚੂਨ ਅਤੇ ਥੋਕ ਕੀਮਤਾਂ, ਪ੍ਰਚੂਨ ਕੀ ਹੁੰਦਾ ਜੀ? ਰਿਟੇਲ, ਜੋ ਆਮ ਜਨਤਾ ਨੂੰ ਜਿਸ ਰੇਟ ਤੇ ਚੀਜ਼ਾਂ ਵੇਚੀਆਂ ਜਾਂਦੀਆਂ ਉਹ ਰੇਟ, ਪ੍ਰਚੂਨ ਦੀ ਦੁਕਾਨ ਅਸੀਂ ਕਹਿੰਦੇ ਨਾ, ਉਹ ਹੁੰਦਾ ਜੀ ਰਿਟੇਲ ਸਟੋਰ। ਅਤੇ ਥੋਕ ਕੀਮਤਾਂ, ਥੋਕ ਦੀਆਂ ਕੀਮਤਾਂ, ਜਿਹੜੀਆਂ ਕੀਮਤਾਂ ਤੇ ਥੋਕ ਦਾ ਸਮਾਨ ਵੇਚਿਆ ਜਾਂਦਾ, ਆਮ ਦੁਕਾਨਦਾਰਾਂ ਨੂੰ ਸਮਾਨ ਵੇਚਿਆ ਜਾਂਦਾ, ਉਸ ਨੂੰ ਨਿਯੰਤਰਿਤ ਕੀਤਾ ਸੀ। ਇਸ ਡਿਪਾਰਟਮੈਂਟ ਨੇ ਸਾਰੀਆਂ ਕੀਮਤਾਂ ਨੂੰ ਵੀ ਨਿਯੰਤਰਿਤ ਕੀਤਾ ਹੋਇਆ ਸੀ ਵੀ ਇਸ ਲਿਮਟ ਤੋਂ ਬਾਅਦ ਕੀਮਤਾਂ ਨਹੀਂ ਵਧਣੀਆਂ ਚਾਹੀਦੀਆਂ। ਠੀਕ ਹੈ ਜੀ। ਇਸ ਨੇ ਵਜ਼ਨ ਅਤੇ ਮਾਪਾਂ ਨੂੰ ਵੀ ਨਿਯੰਤਰਿਤ ਕੀਤਾ ਸੀ ਵੀ ਆਹ ਵੇਟ ਦਾ ਪੈਮਾਨੇ ਹੋਣਗੇ, ਆਹ ਮੇਜਰਮੈਂਟ ਦੇ ਪੈਮਾਨੇ ਹੋਣਗੇ। ਇਹ ਵੀ ਪ੍ਰੋਪਰ ਇਹਨਾਂ ਦੇ ਰੈਗੂਲੇਸ਼ਨ ਵਿੱਚ ਸੀ। ਕਸਟਮ ਡਿਊਟੀਆਂ ਲਗਾਈਆਂ ਗਈਆਂ ਸਨ। ਕਸਟਮ ਡਿਊਟੀਆਂ, ਜਦੋਂ ਸਮਾਨ ਇੱਕ ਥਾਂ ਤੋਂ ਦੂਸਰੇ ਥਾਂ ਜਾਂਦਾ ਆ, ਅਸੀਂ ਕਹਿੰਦੇ ਨੇ ਕਸਟਮ ਵਾਲੇ, ਐਕਸਾਈਜ਼ ਵਾਲੇ, ਉਹ ਕੀ ਆ? ਉਸ ਵੇਲੇ ਟੈਕਸ ਲੱਗਦੇ ਆ। ਏਅਰਪੋਰਟ ਤੇ ਕਸਟਮ ਵਾਲਿਆਂ ਨੇ ਫੜ ਲਿਆ। ਉਹ ਜਦੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਸਮਾਨ ਜਾਂਦਾ ਆ ਤਾਂ ਉਸ ਵੇਲੇ ਡਿਊਟੀਆਂ ਲੱਗਦੀਆਂ, ਟੈਕਸ ਲੱਗਦੇ ਆ। ਕਸਟਮ ਡਿਊਟੀਆਂ ਵੀ ਲਗਾਈਆਂ ਜਾਂਦੀਆਂ ਸਨ ਅਤੇ ਵਿਦੇਸ਼ੀ ਵਪਾਰ ਨੂੰ ਨਿਯੰਤਰਿਤ ਕੀਤਾ ਗਿਆ ਸੀ। ਕਿਸਨੇ? ਇਸ ਡਿਪਾਰਟਮੈਂਟ ਨੇ। ਇਹਦਾ ਆਪਣਾ ਕੰਮ ਸੀ ਜੀ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ, ਸਤਿ ਸ੍ਰੀ ਅਕਾਲ।